प्यारे किसान वीरों ते भैनों, ਜਦੋਂ ਅਸੀਂ ਖੇਤੀਬਾੜੀ ਦੀ ਬਾਗਬਾਨੀ ਦੀ ਜਾਂ ਹੋਰ ਕਿਸੇ ਵੀ ਕੰਮ ਧੰਦੇ ਦੀ ਗੱਲ ਕਰਨੇ ਆ ਤੇ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਕੰਮ ਤਕਨੀਕ ਨਾਲ ਹੀ ਹੁੰਦਾ ਹੈ ਤੇ ਤਕਨੀਕ ਦੇ ਨਾਲ ਜਦੋਂ ਸਹੂਲਤਾਂ ਜੁੜ ਜਾਣ ਤੇ ਫਿਰ ਦੇਖੋ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਏ। ਔਰ ਇਹ ਸੋਚ ਨਾਲ ਅਸੀਂ ਵੱਖ-ਵੱਖ ਮਾਹਿਰਾਂ ਨੂੰ ਤੁਹਾਡੇ ਨਾਲ ਮਿਲਾਉਂਦੇ ਰਹਿੰਦੇ ਆ। ਔਰ ਅੱਜ ਅਸੀਂ ਇੱਕ ਬਾਗ 'ਚ ਖੜੇ ਆ ਤੇ ਮੇਰੇ ਨਾਲ ਬਾਗਬਾਨੀ ਦੇ ਮਾਹਿਰ ਵੀ ਹੈਗੇ ਨੇ, ਖੇਤੀਬਾੜੀ ਦੇ ਮਾਹਿਰ ਵੀ ਹੈਗੇ ਨੇ ਤੇ ਇਹਨਾਂ ਕੋਲੋਂ ਅਸੀਂ ਜਾਣਕਾਰੀ ਲੈਣੀ ਏ ਕਿ ਬਾਗਾਂ ਦੀ ਸੰਭਾਲ ਕਿਵੇਂ ਕਰਨੀ ਏ, ਬਾਗਬਾਨੀ ਵਾਸਤੇ ਸਹੂਲਤਾਂ ਕੀ ਨੇ ਤੇ ਜੇਕਰ ਖੇਤੀ ਦੀ ਗੱਲ ਕਰੀਏ ਤੇ ਖੇਤੀ ਵਾਸਤੇ ਕਿਹੜੇ ਕਰਨਯੋਗ ਕੰਮ ਹੈਗੇ ਨੇ ਅੱਜ ਕੱਲ੍ਹ ਜਿਨ੍ਹਾਂ ਨੂੰ ਕਰਕੇ ਅਸੀਂ ਚੋਖਾ ਮੁਨਾਫਾ ਲੈ ਸਕਨੇ ਹਾਂ। ਮੈਂ ਮੁਲਾਕਾਤ ਕਰਵਾ ਦਿਆਂ। ਪਹਿਲਾਂ ਮੇਰੇ ਨਾਲ ਨੇ ਡਾਕਟਰ ਬਾਜ ਸਿੰਘ ਜੀ, ਡਿਪਟੀ ਡਾਇਰੈਕਟਰ ਬਾਗਬਾਨੀ ਨੇ। ਕਾਫੀ ਇਹਨਾਂ ਦਾ ਨਾਂ ਹੈ ਇਸ ਇਲਾਕੇ 'ਚ, ਜ਼ਿਲ੍ਹਾ ਅੰਮ੍ਰਿਤਸਰ ਦੇ ਇਹ ਸੇਵਾ ਨਿਭਾ ਰਹੇ ਨੇ ਮਹਿਕਮਾ ਬਾਗਬਾਨੀ 'ਚ। ਇੱਧਰ ਮੇਰੇ ਨਾਲ ਖੜੇ ਨੇ ਡਾਕਟਰ ਦਲਬੀਰ ਸਿੰਘ ਸ਼ੀਨਾ ਜੀ, ਵਿਸ਼ਾ ਵਸਤੂ ਮਾਹਿਰ ਨੇ। ਪਲਾਂਟ ਪ੍ਰੋਟੈਕਸ਼ਨ ਦਾ ਵਿਸ਼ਾ ਹੈ। ਪਲਾਂਟ ਪ੍ਰੋਟੈਕਸ਼ਨ ਤੋਂ ਭਾਵ ਕੀੜੇ ਮਕੌੜੇ ਬਿਮਾਰੀਆਂ ਤੇ ਹੁਣ ਸਮਾਂ ਚਾਹੇ ਝੋਨਾ ਹੈ, ਚਾਹੇ ਬਾਸਮਤੀ ਹੈ, ਚਾਹੇ ਮੱਕੀ ਹੈ, ਇਹਨਾਂ ਦੇ ਕੀੜਿਆਂ ਮਕੌੜਿਆਂ ਤੇ ਬਿਮਾਰੀਆਂ ਬਾਰੇ ਗੌਰ ਕਰਨ ਦੀ ਜ਼ਰੂਰਤ ਹੈ, ਉਹਨਾਂ ਬਾਰੇ ਧਿਆਨ ਦੇਣ ਦੀ ਲੋੜ ਹੈ। ਤੇ ਨਾਲ ਖੜੇ ਨੇ ਡਾਕਟਰ ਲਛਮਣ ਸਿੰਘ ਜੀ, ਬਾਗਬਾਨੀ ਵਿਕਾਸ ਅਫਸਰ ਨੇ। ਬਾਗਾਂ ਦੇ ਵਿੱਚ ਖੜੇ ਆ ਤੇ ਬਾਗਬਾਨੀ ਦੀ ਗੱਲ ਹੋਵੇ, ਲਛਮਣ ਸਿੰਘ ਜੀ ਦੇਖੋ ਜ਼ਿਲ੍ਹਾ ਅੰਮ੍ਰਿਤਸਰ ਚਾਹੀਏ ਤੇ ਇਹ ਇੱਥੇ ਮਿਲਦੇ ਹੀ ਮਿਲਦੇ ਨੇ। ਬਹੁਤ ਵਧੀਆ ਅਫਸਰ ਨੇ, ਕਾਫੀ ਇਹਨਾਂ ਕੋਲ ਗਿਆਨ ਹੈ। ਸੋ ਸ਼ੁਰੂਆਤ ਕਰਨੇ ਆ ਡਾਕਟਰ ਬਾਜ ਸਿੰਘ ਕੋਲੋਂ। ਡਾਕਟਰ ਸਾਹਿਬ, ਤੁਸੀਂ ਡਿਪਟੀ ਡਾਇਰੈਕਟਰ ਹੋ ਬਾਗਬਾਨੀ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ, ਗੁਰੂ ਦੀ ਨਗਰੀ ਹੈ। ਤੇ ਗੱਲ ਇਹ ਹੈ ਕਿ ਬਾਗਾਂ ਦੀ ਨਸ਼ੋ ਨੁਮਾ, ਔਰ ਤੁਸੀਂ ਦੇਖੋ ਪਿੱਛੇ ਨਾਖਾਂ ਦੇ ਬਾਗ 'ਚ ਆਪਾਂ ਖੜੇ ਹਾਂ। ਸ਼ੁਰੂਆਤ ਇੱਥੋਂ ਕਰੀਏ ਕਿ ਨਾਖਾਂ ਦੇ ਬਾਗ ਦੀ ਕਿਵੇਂ ਧਿਆਨ ਰੱਖਣਾ, ਕਦੋਂ ਲੱਗਦਾ ਤੇ ਕਿਵੇਂ ਦੀ ਤੁੜਾਈ ਕਰਨੀ ਹੈ। ਤੁਸੀਂ ਨਾਖ ਵੀ ਹੱਥ 'ਚ ਫੜੀ ਹੋਈ ਹੈ, ਇਹ ਸਾਰਾ ਕੁਝ ਪਹਿਲਾਂ ਦੱਸੋ ਸਾਨੂੰ। ਗੁਲਾਟੀ ਸਾਹਿਬ, ਆਪਾਂ ਹੁਣ ਨਾਖ ਦੇ ਬਾਗ 'ਚ ਖਲੋਤੇ ਹਾਂ। ਇਹ ਉਹ ਨਾਖ ਦਾ ਬਾਗ ਆ ਜਿੱਥੇ ਇੱਥੋਂ ਵਾਲੇ ਜੇ ਕਿਸਾਨ ਨੇ ਦੋਵੇਂ ਭਰਾ ਰਮਿੰਦਰਜੀਤ ਸਿੰਘ ਤੇ ਇੰਦਰਜੀਤ ਸਿੰਘ, ਇਹ ਜੋ ਟੈਕਨੋਲੋਜੀ ਯੂਨੀਵਰਸਿਟੀ ਨੇ ਵਿਕਸਿਤ ਕੀਤੀ ਹੈ ਤੇ ਬਾਗਬਾਨੀ ਵਿਭਾਗ ਅਪਲਾਈ ਕਰਾਉਂਦਾ, ਪੂਰੀ ਤਰ੍ਹਾਂ ਅਪਲਾਈ ਕਰ ਰਹੇ ਨੇ। ਤੇ ਇੱਕ ਬਹੁਤ ਵੱਡੀ ਗੱਲ ਚੰਗੀ ਹੈ ਵੀ ਲੰਬੇ ਸਮੇਂ ਤੋਂ ਮਾਰਕੀਟ ਆਪ ਕਰਕੇ ਚੰਗਾ ਪੈਸਾ ਕਮਾ ਰਹੇ ਨੇ, ਕਿਉਂਕਿ ਬਾਗਬਾਨੀ ਵਿਭਾਗ ਤਕਨੀਕੀ ਜਾਣਕਾਰੀ ਹਰ ਪੱਖੋਂ ਦਿੰਦਾ, ਬਾਗ ਲਾਉਣ, ਸਾਂਭ ਸੰਭਾਲਣ ਤੇ ਮਾਰਕੀਟਿੰਗ ਦੀ ਵੀ। ਇਹ ਇੱਕ ਬੜਾ ਵਧੀਆ ਉਦਮ ਕਰ ਰਹੇ ਨੇ ਕਿ ਆਪਣਾ ਫਲ ਦੂਰ ਦੀਆਂ ਮੰਡੀਆਂ ਵਿੱਚ, ਕਲਕੱਤਾ ਹੋਵੇ ਜਾਂ ਦਿੱਲੀ ਹੋਵੇ, ਆਪ ਮਾਰਕੀਟ ਕਰਦੇ, ਚੰਗੇ ਪੈਸੇ ਕਮਾ ਰਹੇ ਨੇ, ਚੰਗੀ ਤਰ੍ਹਾਂ ਸਾਂਭਦੇ ਨੇ। ਅਸੀਂ ਹੁਣ ਜਿਸ ਬਾਗ 'ਚ ਖਲੋਤੇ ਹਾਂ ਇਹਦੇ ਵਿੱਚ ਤੁੜਾਈ ਚੱਲ ਰਹੀ ਆ। ਸਾਡਾ ਮਹਿਕਮਾ ਇੱਕ ਬਾਕੀ ਸਾਰੀਆਂ ਗੱਲਾਂ ਨਾਲ ਤੁੜਾਈ ਸਮੇਂ ਵੀ ਕੋਈ ਜਾਣਕਾਰੀ ਦਿੰਦਾ, ਕਿਉਂਕਿ ਨਾਖ ਦਾ ਬਾਗ ਇਹਦੇ ਇੱਕ ਫਲ ਸਪਰ 'ਤੇ ਲੱਗਦਾ, ਜਿਹੜੀ ਪਿੱਛੇ ਸਪਰ ਬਣੀ ਉਹਦੇ ਉੱਤੇ ਇੱਕ ਫਲ ਲੱਗਦਾ। ਜੇ ਉਹ ਸਪਰ ਟੁੱਟ ਜੇ, ਲੇਬਰ ਤੋੜ ਦੇਵੇ ਤੁੜਾਈ ਕਰਨ ਲੱਗਿਆ ਤੇ ਉਹ 3 ਸਾਲਾਂ ਬਾਅਦ ਫਿਰ ਸਪਰ ਬਣਦੀ ਆ। ਉਹ ਤਾਂ ਵੈਸੇ ਇੱਕ ਸਪਰ ਨੇ 10 ਸਾਲ ਫਲ ਦੇਣਾ ਹੁੰਦਾ। ਮੈਂ ਤੁਹਾਡੇ ਸਾਹਮਣੇ ਇੱਕ ਫਲ ਫੜਿਆ, ਆਹ ਡੰਡੀ ਵੇਖਣ ਦੇ ਆਪਾਂ, ਇੱਥੋਂ ਡੰਡੀ ਟੁੱਟੀ ਆ, ਆਹ ਨਾਲ ਸਪਰ ਦਾ ਹਿੱਸਾ ਆਇਆ ਹੈ। ਇਹ ਫਲ ਅਸਲ ਵਿੱਚ ਇੱਥੋਂ ਟੁੱਟਣਾ ਚਾਹੀਦਾ ਸੀ, ਆਹ ਸਹੀ ਟਿਕਾਣਾ। ਜੇ ਆਹ ਟੁੱਟ ਜਾਂਦਾ ਤਾਂ ਮੁੜ ਕੇ ਆਹ ਸਪਰ ਜਿਹੜੀ ਹੈ ਇੱਥੇ 3 ਸਾਲ ਬਾਅਦ ਸਪਰ ਬਣਦੀ ਆ। ਮੰਨ ਲਓ ਵੀ ਜੇ ਤੁੜਾਈ ਗਲਤ ਹੋ ਗਈ ਤੇ 3 ਸਾਲ ਉਹਦਾ ਫਲ ਮਿਸ ਹੋ ਗਿਆ। ਇਹ ਹੈ ਕਿ ਅਸੀਂ ਵੇਖਣ ਨੇ ਇੱਥੇ ਫਲ ਦੇ ਵਿੱਚ ਕਿਤੇ ਕਿਤੇ ਟਹਿਣੀਆਂ ਆਉਣ ਦੇ ਨਾਲ ਆਏ ਨੇ ਸਪਰ ਵੀ, ਪਰ ਅਸੀਂ ਫਿਰ ਵੀ ਹਰ ਇੱਕ ਜ਼ਿਮੀਂਦਾਰ ਨੂੰ, ਲੇਬਰ ਨੂੰ ਬਾਗਾਂ ਜਾ ਕੇ ਤੁੜਾਈ ਚੱਲਦੀ ਆ, ਇਹ ਦੱਸਦੇ ਵੀ ਸਹੀ ਤੁੜਾਈ ਕੀ ਆ, ਕਿਉਂਕਿ ਅਣਜਾਣੇ ਵਿੱਚ ਇਹ ਬੜਾ ਵੱਡਾ ਨੁਕਸਾਨ ਹੋ ਜਾਂਦਾ, ਜਿਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਲਿਮਿਨੇਟ ਹੋਵੇ। ਜਿਹੜੇ ਬਾਗ ਦੇ ਵਿੱਚ ਅਸੀਂ ਖਲੋਤੇ ਹਾਂ, ਇਹਦੇ ਵਿੱਚ ਬੱਗੂ ਅੱਛਾ ਵੀ ਆ, ਨਾਖ ਵੀ ਆ, ਅਮਰੂਦ ਵੀ ਆ। ਨਾਖ ਦੀ ਕੁਆਲਿਟੀ ਜਿਹੜੀ ਇਹ ਆ, ਇਹ ਦਿੱਲੀ ਦੀ ਮਾਰਕੀਟ ਹੋਵੇ ਜਾਂ ਕਲਕੱਤੇ ਦੀ ਮਾਰਕੀਟ ਹੋਵੇ, ਇਹ ਇੱਕ ਮੇਰੇ ਖਿਆਲ ਇਹਨਾਂ ਦਾ ਇੱਕ ਮਾਰਕਾ ਹੀ ਬਣ ਗਿਆ, ਚੰਗੇ ਪੈਸੇ ਕਮਾ ਰਹੇ ਨੇ। ਤੇ ਅਸੀਂ ਬਾਕੀ ਜ਼ਿਮੀਂਦਾਰਾਂ ਨੂੰ ਨਾਲ ਸਲਾਹ ਦਿੰਦੇ ਹਾਂ ਵੀ ਜੇ ਤੁਸੀਂ ਬਾਗ ਚੰਗੀ ਤਰ੍ਹਾਂ ਸਾਂਭਿਆ ਹੋਵੇ ਤੇ ਤੁਹਾਡਾ ਕੋਈ ਕਾਰਨ ਨਹੀਂ ਕਿ ਉੱਥੇ ਜਾ ਕੇ ਚੰਗਾ ਮੰਡੀ 'ਚ ਮੁੱਲ ਨਾ ਪਵੇ। ਅੱਗੇ ਮੈਂ ਡਾਕਟਰ ਬਾਜ ਸਿੰਘ ਜੀ, ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਦੇਖੋ ਇਹ ਤਕਨੀਕੀ ਨੁਕਤੇ ਨੇ, ਔਰ ਜਦੋਂ ਅਸੀਂ ਇਹਨਾਂ ਤਕਨੀਕੀ ਨੁਕਤਿਆਂ ਨੂੰ ਅਮਲ ਕਰਾਂਗੇ ਤੇ ਫਿਰ ਦੇਖੋ ਇਹ ਨੁਕਸਾਨ ਨਹੀਂ ਹੋਏਗਾ। ਜਿਹੜਾ 3 ਸਾਲ ਬਾਅਦ ਉਹ ਸਪਰ ਬਣਨਾ ਹੈ ਜਿੱਥੇ ਦੁਬਾਰਾ ਫਲ ਲੱਗਣਾ, ਤੇ ਦੇਖੋ ਕਿੱਡਾ ਵੱਡਾ ਨੁਕਸਾਨ ਹੈ। ਮਾੜੀ ਤਕਨੀਕੀ ਗਿਆਨ ਹੋਵੇ ਤਾਂ ਆਪਾਂ ਇਹ ਨੁਕਸਾਨ ਬਚਾ ਸਕਦੇ ਹਾਂ। ਬਾਜ ਸਿੰਘ ਜੀ, ਤੁਹਾਡੇ ਕੋਲੋਂ ਵੀ ਆਪਾਂ ਗਿਆਨ ਲੈਣਾ ਚਾਹੁੰਦੇ ਹਾਂ ਕਿ ਸਾਡੇ ਕਈ ਕਿਸਾਨ ਵੀਰ, ਕਿਸਾਨ ਭੈਣਾਂ ਬਾਗਬਾਨੀ ਦਾ ਕੰਮ ਕਰਨਾ ਚਾਹੁੰਦੇ ਨੇ, ਬਾਗਬਾਨੀ ਦੇ ਵਿੱਚ ਨਾਖਾਂ ਦਾ ਬਾਗ ਲਾਉਣਾ ਚਾਹੁੰਦੇ ਨੇ, ਅਮਰੂਦਾਂ ਦਾ, ਅੰਬਾਂ ਦਾ, ਕਿੰਨੂ ਦਾ। ਸਹੂਲਤਾਂ ਬਾਰੇ ਥੋੜ੍ਹਾ ਜਿਹਾ ਗਿਆਨ ਦਿਓ ਸਾਨੂੰ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਕਿਵੇਂ ਮਨ ਬਣਾਈਏ ਤੇ ਕਿਹੜਾ ਸਮਾਂ ਵਧੀਆ ਹੈਗਾ ਬਾਗ ਲਾਉਣ ਵਾਸਤੇ। ਇਹ ਵੀ ਜਿਹੜਾ ਸਾਨੂੰ ਇਹ ਗੱਲਾਂ ਬਾਰੇ ਜਾਣਕਾਰੀ ਦਿਓ। ਗੁਲਾਟੀ ਸਾਹਿਬ, ਕੌਮੀ ਬਾਗਬਾਨੀ ਮਿਸ਼ਨ ਜਿਹੜੀਆਂ 1 ਅਪ੍ਰੈਲ ਤੋਂ ਰਿਵਾਈਜ਼ਡ ਨੋਰਮਸ ਨੇ, ਜਿਹਦੇ ਮੁਤਾਬਕ ਪਿਛਲੇ 5 ਸਾਲ ਦੀ ਜਿਹੜੀ ਸੀ ਉਹ ਵੱਖਰੀ ਸੀ ਨੋਰਮਸ। 1 ਅਪ੍ਰੈਲ 2014 ਤੋਂ ਹੁਣ ਨਵੇਂ ਨੋਰਮਸ ਆਏ ਨੇ। ਉਹਦੇ ਮੁਤਾਬਕ ਕੋਈ ਵੀ ਬਾਗ ਜਿਹੜਾ ਅੰਮ੍ਰਿਤਸਰ ਦੀ ਜ਼ਿਲ੍ਹੇ ਵਿੱਚ ਲੱਗ ਸਕਦਾ, ਉਹਦੇ ਵਿੱਚ ਨਾਖ ਆ, ਕਿੱਲੋਂ, ਆੜੂ, ਅਮਰੂਦ, ਇਹ ਸਾਰੇ ਲਵਾਉਣੇ ਆ। ਉਹਦੇ ਵਿੱਚ ਕਿਉਂਕਿ ਹੁਣ ਸਮਾਂ ਉਹ ਆ ਗਿਆ ਕਿ ਅਸੀਂ ਪਾਣੀ ਨੂੰ ਬਚਾਉਣਾ ਹੈ। ਜੇ ਤੇ ਪਾਣੀ ਡ੍ਰਿਪ ਸਿਸਟਮ ਤੋਂ ਬਗੈਰ ਬਾਗ ਲੱਗਾ ਹੈ, ਉਹਨੂੰ ਅਸੀਂ 1 ਹੈਕਟਰ 'ਤੇ 30,000 ਰੁਪਏ ਸਬਸਿਡੀ ਦਿੰਦੇ ਹਾਂ, ਕੋਈ ਬਾਗ ਲਾ ਲੈਣ।
ਜੇ ਉਹ ਬਾਗ ਜਿਹੜਾ ਉਹਨੂੰ ਡ੍ਰਿਪ ਸਿਸਟਮ ਲਾਇਆ ਤੇ ਅਸੀਂ 40,000 ਸਬਸਿਡੀ ਦਿੰਦੇ ਆ ਨਾਰਮਲ ਡਿਸਟੈਂਸ ਤੇ। ਕੁਛ ਅੱਗੇ ਹੈਗਾ ਵੀ ਹੁਣ ਥੋੜ੍ਹੇ ਏਰੀਏ ਵਿੱਚੋਂ ਵੱਧ ਆਮਦਨ ਕਿਵੇਂ ਲਾਉਣੀ, ਅਸੀਂ ਬੂਟੇ ਵੱਧ ਲਵਾਉਂਦੇ ਆ, ਸੰਘਣਾ ਬਾਗ ਲਵਾਉਂਦੇ ਆ। ਉਹਦੇ ਵਿੱਚ ਜੇ ਕੋਈ 2.5 ਕਿੱਲੇ ਬਾਗ ਲਾਉਂਦਾ ਅਸੀਂ 40,000 ਸਬਸਿਡੀ ਦਿੰਦੇ ਆ। ਜੇ ਉਸੇ ਬਾਗ ਦੇ ਵਿੱਚ ਸੰਘਣੇ ਬਾਗ ਦੇ ਵਿੱਚ ਕੋਈ ਡ੍ਰਿਪ ਸਿਸਟਮ ਲਾ ਜਾਂਦਾ ਉਹ ਤੇ ਅਸੀਂ 60,000 ਸਬਸਿਡੀ ਦਿੰਦੇ ਆ। ਇਹ ਤੇ ਬਾਗ ਲਾਉਣ ਦੀਆਂ। ਇਹਦੇ ਨਾਲ ਬਾਕੀ ਸਬਸਿਡੀਆਂ ਨੇ, ਜਿਵੇਂ ਇੱਕ ਛੋਟਾ ਟਰੈਕਟਰ ਆਉਂਦਾ, ਕਿਉਂਕਿ ਬਾਗ ਦੇ ਵਿੱਚ ਬਾਗ ਦੇ ਟਾਣੇ ਨੀਵੇਂ ਹੁੰਦੇ ਆ ਤੇ ਉਹ ਅਸੀਂ ਛੋਟਾ ਜਿਹੜਾ ਟਰੈਕਟਰ ਆ 20 ਹਾਰਸ ਪਾਵਰ ਤੋਂ ਥੱਲੇ ਆ, ਉਹਦੇ ਤੇ ਅਸੀਂ 1,05,000 ਸਬਸਿਡੀ ਦਿੰਦੇ ਆ। ਉਹ ਦਿੰਦੇ ਆ। ਸਪਰੇਅ ਪੰਪ ਉਹ ਤੇ ਅਸੀਂ 40% ਸਬਸਿਡੀ ਦਿੰਦੇ ਆ। ਛੋਟੇ ਹੈਂਡ ਰੋਟੀ ਟਿੱਲਰ ਨੇ ਉਹਦੇ ਵਿੱਚ ਵੀ ਅਸੀਂ ਸਬਸਿਡੀ ਦਿੰਦੇ ਆ, ਉਹ ਵੱਖ-ਵੱਖ ਹਾਰਸ ਪਾਵਰ ਦੇ ਹਿਸਾਬ ਨਾਲ ਆ। ਇਹਦੇ ਨਾਲ ਹੀ ਜਦੋਂ ਆਪਾਂ ਬਾਗ ਪਾਲ ਲਿਆ, ਬਾਗ ਦੀ ਤੁੜਾਈ ਸ਼ੁਰੂ ਹੋਣੀ ਆ ਤੇ ਬਹੁਤੇ ਬਾਗਾਂ ਵਿੱਚ ਉੱਥੇ ਕੋਈ ਕੋਠਾ ਜਾਂ ਬਰਾਂਡਾ ਢਾਰਾ ਹੈ ਨਹੀਂ ਜਿੱਥੇ ਉਹ ਤੁੜਾਈ ਤੋਂ ਬਾਅਦ ਛਾਵੇਂ ਫਲ ਨੂੰ ਪੈਕ ਕੀਤਾ ਜਾਵੇ। ਅਸੀਂ ਜੇ ਕੋਈ ਜ਼ਿਮੀਂਦਾਰ ਆਪਣੇ ਸਬਜ਼ੀਆਂ ਦਾ ਕੰਮ ਕਰਦਾ ਹੋਵੇ ਜਾਂ ਬਾਗ ਦਾ ਕੰਮ ਕਰਦਾ ਹੋਵੇ, ਉਹਦੇ ਵਿੱਚ ਜੇ ਕੋਈ ਸਾਡੇ ਕੋਲ ਇੱਕ ਡਿਜ਼ਾਈਨ ਮੁਤਾਬਕ ਉੱਥੇ ਇੱਕ ਉਹਨੂੰ ਬੋਲਦੇ ਆ ਗ੍ਰੇਡਿੰਗ ਕੰਮ ਪੈਕਿੰਗ ਹਾਊਸ, ਉਹ ਬਣਾ ਲੈਂਦਾ। ਉਹ 30 ਬਾਈ 20 ਸਕੁਅਰ ਫੁੱਟ ਦਾ 600 ਸਕੁਅਰ ਫੁੱਟ ਦਾ ਹੁੰਦਾ। ਉਹਦੇ ਤੇ ਅਸੀਂ 2 ਲੱਖ ਰੁਪਏ ਸਬਸਿਡੀ ਦਿੰਦੇ ਉਹਨੂੰ ਵੀ ਦਿੰਦੇ ਜੇ ਕੋਈ ਉਹ ਚਾਹੁੰਦਾ ਹੋਵੇ ਬਾਗਬਾਨੀ। ਇਸੇ ਤਰ੍ਹਾਂ ਬਾਕੀ ਸਾਰੀ ਸਬਸਿਡੀਆਂ ਕੋ ਅਸੀਂ RKY ਵਿੱਚ ਸਬਸਿਡੀਆਂ ਦਿੰਦੇ ਹਾਂ ਜਿਹੜੀਆਂ ਬਹੁਤ ਜ਼ਰੂਰੀ ਦਵਾਈਆਂ ਨੇ ਸਪਰੇਅ ਕਰਨ ਵਾਲੀਆਂ, ਉਹ ਬਾਗਾਂ ਤੇ ਹੋਣ ਸਬਜ਼ੀਆਂ ਉਹ ਤੇ ਸਬਸਿਡੀ ਦਿੰਦੇ ਜੀ 50%। ਅੱਛਾ ਡਾਕਟਰ ਸਾਹਿਬ, ਬਾਗ ਬੰਦੇ ਨੇ ਲਾ ਲਿਆ, ਲਾਉਣ ਤੇ ਤੁਸੀਂ ਦੇਖੋ ਡ੍ਰਿਪ ਵਾਲੇ ਨੂੰ 40,000 ਤੇ ਦੂਜੇ ਨੂੰ 30,000 ਰੁਪਇਆ ਪਰ ਹੈਕਟਰ ਦੀ ਸਬਸਿਡੀ ਦੇ ਦਿੱਤੀ। ਤੇ ਦੇਖੋ ਉਸ ਤੋਂ ਬਾਅਦ ਬਾਗ ਦੀ ਸੰਭਾਲ ਵੀ ਕਰਨੀ ਹੈ, ਬਾਗ ਨੂੰ ਦੇਖੋ ਕਿਸੇ ਵੇਲੇ ਕੀੜਾ ਲੱਗ ਜਾਂਦਾ, ਬਿਮਾਰੀ ਲੱਗ ਜਾਂਦੀ ਹੈ, ਫਿਰ ਮੰਡੀਕਾਰੀ ਵੀ ਕਰਨੀ ਹੈ, ਗ੍ਰੇਡਿੰਗ ਵਾਸਤੇ ਤੁਸੀਂ ਦੇਖੋ ਵੱਖਰੇ ਸ਼ੈੱਡ ਵਾਸਤੇ ਪੈਸੇ ਦੇ ਦਿੱਤੇ। ਵਿਚਕਾਰ ਜੇ ਪੈਸਾ ਲੋੜੀਂਦਾ ਹੋਵੇ ਤੇ ਕੀ ਉਹਦੇ ਵਾਸਤੇ ਵੀ ਸਬਸਿਡੀਆਂ ਹੈਗੀਆਂ, ਚਾਹੇ ਉਹ ਸਪਰੇਅ ਦੀ ਗੱਲ ਹੈ ਚਾਹੇ ਪੰਪਾਂ ਦੀ ਗੱਲ ਹੈ, ਇਹ ਵੀ ਸਬਸਿਡੀ ਹੈ ਕੋਈ? ਉਹ ਤਾਂ ਮੈਂ ਅੱਗੇ ਦੱਸਿਆ ਜਿਵੇਂ ਜੀ ਵਿਚਕਾਰ ਸਪਰੇਅ ਪੰਪ 'ਤੇ ਸਬਸਿਡੀਆਂ ਹੈਗੀਆਂ, ਛੋਟੇ ਟੂਲਸ ਨੇ ਜਿਹੜੀ ਛੋਟੀ ਮਸ਼ੀਨਰੀ ਆ ਬਾਗ ਦੇ ਚੱਲਣ ਉਹ 'ਤੇ ਸਬਸਿਡੀਆਂ ਹੈਗੀਆਂ ਨੇ। ਜਿਹੜਾ ਕੁਛ ਬਾਗਬਾਨ ਨਾਖ ਖਲੋਤੇ ਆ ਨਾ ਜੀ, ਨਾਖ ਦਾ ਫਾਕ ਹੁੰਦਾ ਵੀ ਥੋੜ੍ਹਾ ਲੰਬਾ ਸਮਾਂ ਪਾ ਕੇ ਪੈਸੇ ਦੇਣ ਲੱਗਦਾ। ਉਹਦੇ ਵਿੱਚ ਅਸੀਂ ਛੋਟੇ ਥੋੜ੍ਹੇ ਸਮੇਂ ਬਾਅਦ ਫਲ ਦੇਣ ਵਾਲੇ ਬਾਗ ਲਾ ਦਿੰਦੇ ਹਾਂ। ਜਿਵੇਂ ਅਮਰੂਦ ਲੱਗਾ ਬਾਗ ਦੇ ਵਿੱਚ ਆ, ਇਹ ਬਾਗ ਹੁਣ ਪਲ ਗਿਆ ਤੇ ਅਮਰੂਦ ਬਾਅਦ 'ਚ ਜਾਂ ਪੁੱਟੇ ਜਾਣਾ ਤੇ ਬਾਗ ਆ ਮੇਨ ਹੋ ਜਾਣਾ। ਇਸੇ ਤਰ੍ਹਾਂ ਅਸੀਂ ਹੋਰ ਇਹਦੇ ਵਿੱਚ ਜਿਵੇਂ ਆੜੂ ਲਾ ਦਿੰਦੇ ਹਾਂ, ਆਲੂ ਝਾਲ ਲਵਾ ਦਿੰਦੇ ਹਾਂ, ਕਿੰਨੂ ਲਵਾ ਦਿੰਦੇ ਹਾਂ, ਪਾਣੀ ਦੇ ਹਿਸਾਬ ਨਾਲ ਕਿੰਨਾ ਬੂਟਾ ਪਾਣੀ ਲੈਂਦਾ। ਉਹਦੇ ਨਾਲ ਹੁੰਦਾ ਵੀ ਜੀ ਜਦੋਂ ਬਾਗ ਲਾ ਲਿਆ ਤੇ ਜ਼ਿਮੀਂਦਾਰ ਦੀ ਇਨਕਮ ਰੁਕ ਜਾਂਦੀ ਆ। ਪਹਿਲੇ 2-3 ਸਾਲ ਤੇ ਸੰਘਣੇ ਬਾਗ ਦੇ ਵਿੱਚ ਵੀ ਥੋੜ੍ਹੀ ਥੋੜ੍ਹੀ ਫਸਲ ਹੋ ਜਾਂਦੀ, ਇਨਕਮ ਆ ਜਾਂਦੀ ਆ। ਜਦੋਂ 3 ਸਾਲਾਂ ਦਾ ਬਾਗ ਹੁੰਦਾ, ਨਾਖ ਦਾ ਬਾਗ ਜਿਵੇਂ ਹੋਇਆ, ਉਹਦੇ ਵਿੱਚੋਂ ਇਨਕਮ ਦਿੰਦਾ ਨਹੀਂ ਗਾ ਤੇ ਪੈਲੀ ਦਰੋਂ ਨਹੀਂ ਗਈ। ਉਹਦੇ ਵਿੱਚ ਅਸੀਂ ਲਾਉਣੇ ਵੀ ਆੜੂ ਲਵਾ ਦੇਣੇ ਜਾਂ ਲੂਚਾ ਲਵਾ ਦੇਣੇ ਆ। ਉਹ ਸਾਰੇ ਬਾਗ ਜਿਹੜੇ ਉਹ ਤੀਜੇ ਸਾਲ ਪੈਸੇ ਦੇਣਾ ਪੈਂਦੇ, ਇਸ ਕਰਕੇ ਥੋੜ੍ਹਾ ਸਰਕਾਰ ਕਮਰਸ਼ਲ ਫਾਰਮ ਹੋ ਜਾਂਦਾ ਜੀ। ਅਜੇ ਇੱਕ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਵੀ ਜਿਹੜੇ ਮੈਂ ਤੁਹਾਨੂੰ ਦੱਸੀ ਨਾ ਸਬਸਿਡੀ ਦੀ ਗੱਲ ਕੀਤੀ ਬਾਗਾਂ ਵਿੱਚ, ਉਹ ਇੱਕ ਜ਼ਿਮੀਂਦਾਰ ਨੂੰ ਅਸੀਂ 10 ਕਿੱਲਿਆਂ ਦੀ ਸਬਸਿਡੀ ਦੇ ਸਕਦੇ ਹਾਂ। ਮੰਨ ਲਓ ਕਿਸੇ ਨੇ ਕੋਈ 4 ਹੈਕਟਰ ਜਿਹੜਾ ਲਾਉਣਾ ਹੋਵੇ ਸੰਘਣਾ ਦੂਰੀ 'ਤੇ ਡ੍ਰਿਪ ਨਾਲ ਬਾਗ ਲਾਉਣਾ, ਉਹਨੂੰ ਅਸੀਂ 2,40,000 ਰੁਪਏ ਸਬਸਿਡੀ ਦੇ ਸਕਦੇ ਹਾਂ 10 ਕਿੱਲਿਆਂ 'ਤੇ ਜੀ। ਸੋ ਸਬਸਿਡੀ ਦੀ ਕਮੀ ਨਹੀਂ ਹੈ, ਮਨ ਬਣਾਉਣ ਦੀ ਕਮੀ ਹੈਗੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਮੇਰੇ ਮਨ 'ਚ ਆਈ ਹੈ, ਕਈ ਵਾਰੀ ਵੀ ਮਨ 'ਚ ਆਉਂਦਾ ਕਿ ਜਿਹੜੇ ਬਾਗ ਆਪਾਂ ਲਾ ਲਏ ਹੈ 10 ਸਾਲ ਹੋ ਗਏ ਜਾਂ 12 ਸਾਲ 15 ਸਾਲ ਦੇ ਬਾਗ ਹੋ ਗਏ ਆ, ਜ਼ਿਆਦਾ ਪੁਰਾਣੇ ਹੋ ਗਏ ਹੈ, ਉਹਨਾਂ ਬਾਗਾਂ ਨੂੰ ਦੇਖੋ ਆਪਾਂ ਸੁਧਾਰਨਾ ਹੈ। ਸੁਧਾਰਨ ਵਾਸਤੇ ਵੀ ਅਜਿਹੀ ਕੋਈ ਸਬਸਿਡੀ ਤੁਹਾਡੇ ਕੋਲ ਹੈਗੀ ਹੈ? ਜੇ ਹੈਗੀ ਤਾਂ ਕੀ ਹੈਗੀ ਹੈ? ਸੁਧਾਰਨ ਦਾ ਜੀ ਜਿਹੜੇ ਬਹੁਤ ਪੁਰਾਣੇ ਬਾਗ ਹੋਏ ਹੁੰਦੇ ਆ ਉਹਨੂੰ ਤੁਸੀਂ ਜਿਹੜੇ ਆਪਣੀ ਉਮਰ ਵਧਾ ਚੁੱਕੇ ਹੁੰਦੇ ਆ ਵੀ ਉਹਨੂੰ ਕਈ ਕਾਰਨ ਕੋਈ ਉਮਰ ਵਧਾ ਚੁੱਕੇ ਹੁੰਦੇ, ਕੁਛ ਮਿਸਮੈਨੇਜਮੈਂਟ ਨਾਲ ਪ੍ਰੋਪਰ ਸੰਭਲ ਨਹੀਂ ਹੁੰਦੇ, ਉਹਦੇ ਵਿੱਚ ਅਸੀਂ ਉਹ ਤੋਂ ਹੈੱਡ ਬਾਗ ਕਰਾ ਦਿੰਦੇ ਜੀ। ਹੈੱਡ ਬਾਗ ਕਰਾ ਕੇ ਉਹ 3 ਸਾਲਾਂ ਬਾਅਦ ਫਿਰ ਫਲ ਦੇਣਾ ਪੈਂਦਾ। ਜਿਵੇਂ ਨਾਖ ਦਾ ਬੂਟਾ ਜੇ ਆਪਾਂ 25-30 ਸਾਲ ਬਾਅਦ ਉਹਨੂੰ ਥੋੜ੍ਹਾ ਜਿਹਾ ਚਾਹੁੰਦੇ ਵੀ ਕਟਾਈ ਵੱਧ ਹੋਵੇ। ਪਹਿਲੀ ਗੱਲ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜ਼ਿਮੀਂਦਾਰ ਹਰ ਸਾਲ ਕੁਛ ਨਾ ਕੁਛ ਕਟਾਈ ਕਰੇ। ਜੇ ਹਰ ਸਾਲ ਕੁਛ ਨਾ ਕੁਛ ਕਟਾਈ ਕਰਕੇ ਉਹਦੇ ਡਾਣੇ ਵਿਰਲੇ ਕੱਢਦਾ, ਉੱਤੋਂ ਵਾਧੂ ਟਹਿਣੀਆਂ ਜਾਂਦੀਆਂ ਕੱਢਦਾ, ਸੁੱਕੀਆਂ ਟਹਿਣੀਆਂ ਕੱਢਦਾ, ਫਿਰ ਉਹ ਲੋੜ ਨਹੀਂ ਪੈਂਦੀ, ਫਿਰ ਉਹ ਬਾਗ ਲਗਾਤਾਰ ਟਹਿਣੀਆਂ। ਅਸੀਂ ਤਾਂ ਅੱਗੇ ਦੱਸਿਆ ਤੇ ਇੱਕ ਸਪਰ ਬਣਦੇ ਆ। ਜਦੋਂ ਇੱਕ ਬਾਗ ਲੱਗ ਗਿਆ ਤੇ 25-30-40 ਸਾਲ ਉਹਨੂੰ ਬਹੁਤਾ ਕਿਸੇ ਕਾਰਨ ਛਾਣ ਨਹੀਂ ਲੋੜ ਸਰ ਕੀਤੀ, ਸਪਰ ਨਹੀਂ ਬਣਦੇ। ਪੁਰਾਣੇ ਸਪਰ ਜਿਹੜਾ 1 ਸਾਲ ਉਹਨੇ 10 ਸਾਲ ਫਲ ਦੇਣਾ ਹੁੰਦਾ, ਉਹ ਜੋ ਖਤਮ ਹੋ ਗਏ, ਅੱਗੇ ਸਪਰ ਤਾਂ ਬਣਦੇ ਜੇ ਥੋੜ੍ਹੀ ਬਹੁਤੀ ਕਟਾਈ ਸ਼ੁਰੂ ਕੀਤੀ ਹੋਏ। ਕਟਾਈ ਸ਼ੁਰੂ ਕਰੋਗੇ, ਨਵੀਆਂ ਟਾਹਣੀਆਂ ਨਿਕਲਦੀਆਂ ਤੇ ਨਵੇਂ ਸਪਰ ਬਣਦੇ, ਫਲ ਲਗਾਤਾਰ ਬਣੇ ਰਹਿੰਦਾ। ਕੁਛ ਉਹਦੇ ਵਿੱਚ ਰਿਜੂਵੀਨੇਸ਼ਨ ਵਿੱਚ ਅਸੀਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਵਿੱਚ ਸਬਸਿਡੀਆਂ ਦਿੰਦੇ ਹਾਂ, ਪਰ ਪਿਛਲੇ 2-3 ਸਾਲ ਤੋਂ ਐਸੇ ਜਿਹੜੇ ਸਬਸਿਡੀ ਨਹੀਂ ਦਿੱਤੀ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੇ ਸਾਲਾਂ ਵਿੱਚ ਪੁਰਾਣੇ ਬਾਗਾਂ ਨੂੰ ਸੁਧਾਰ ਵਾਸਤੇ ਕੋਈ ਸਬਸਿਡੀ ਦਿੱਤੀ ਜਾਵੇ। ਅੱਛਾ ਡਾਕਟਰ ਸਾਹਿਬ, ਹੁਣ ਗੱਲ ਆਉਂਦੀ ਹੈ ਕਿ ਮੰਡੀਕਾਰੀ ਦੀ। ਦੇਖੋ ਮੰਡੀਕਾਰੀ ਦੇ ਨਾਲ ਪ੍ਰੋਸੈਸਿੰਗ ਵੀ ਜੁੜੀ ਹੈ, ਨਾਲ ਪੈਕਿੰਗ ਵੀ ਜੁੜੀ ਹੈ, ਤੇ ਨਾਲ ਦੇਖੋ ਟਰਾਂਸਪੋਰਟੇਸ਼ਨ ਵੀ ਜੁੜੀ ਹੈ ਕਿ ਆਪਾਂ ਮੰਡੀ 'ਚ ਚੰਗੀ ਮੰਡੀ 'ਚ ਉਪਜ ਨੂੰ ਲੈ ਕੇ ਜਾਈਏ। ਇਹਦੇ ਵਾਸਤੇ ਵੀ ਕੌਮੀ ਬਾਗਬਾਨੀ ਮਿਸ਼ਨ 'ਚ ਬਾਗਬਾਨੀ ਦੀ ਆਪਾਂ ਜੇ ਗੱਲ ਕਰੀਏ, ਉਹ 'ਤੇ ਕੋਈ ਸਬਸਿਡੀ ਹੈ? ਗੁਲਾਟੀ ਸਾਹਿਬ, ਕੌਮੀ ਬਾਗਬਾਨੀ ਮਿਸ਼ਨ 'ਤੇ ਸਬਸਿਡੀ ਇੱਥੇ ਚੀਜ਼ ਕੋਈ ਨਹੀਂ ਹੈਗੀ। ਮੈਂ ਅੱਗੇ ਹੀ ਸੰਧੂ ਸਾਹਿਬ ਗੱਲ ਕਰਨ ਰਿਹਾ ਹਾਂ ਵੀ ਇੱਕ ਪੰਜਾਬ ਐਗਰੋ ਸਬਸਿਡੀ ਦਿੰਦੀ ਆ ਟਰਾਂਸਪੋਰਟ 'ਤੇ 500 ਕਿਲੋਮੀਟਰ ਤੋਂ ਵੱਧ ਜੇ ਕੋਈ ਆਪਣੀ
ਫਲ ਜਾਂ ਸਬਜ਼ੀ ਜ਼ਿਮੀਂਦਾਰ ਆਪ ਖੜ ਕੇ ਉਹਨੂੰ ਵੇਚਦਾ ਫਲ ਨੂੰ, ਤੇ ਗੱਤੇ ਡੱਬੇ ਪੈਕ ਕੀਤਾ ਹੋਵੇ, ਉਹਦੇ ਟਰਾਂਸਪੋਰਟ ਤੇ 25% ਸਬਸਿਡੀ ਆ ਤੇ ਡੱਬਿਆਂ ਤੇ ਵੀ 25% ਸਬਸਿਡੀ ਆ। ਪਰ ਸਾਡੀ ਨਾਕ ਜਿਹੜੀ ਹੈ ਲੱਕੜੀ ਵੱਟੀ ਜਾ ਰਹੀ ਹੈ ਕਿ ਸਬਸਿਡੀ ਨਹੀਂ ਦਿੱਤੀ ਜਾ ਰਹੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਵੇਂ ਹੁਣੇ ਨਾਲ ਗੱਲ ਕਰਨ ਰਿਹਾ ਸਾਂ ਵੀ ਤੁਸੀਂ ਕੁਛ ਨਾ ਕੁਛ ਗੱਤੇ ਡੱਬੇ ਨਾਕ ਭੇਜ ਕੇ ਵੇਖੋ। ਜੇ ਉਹ ਗੱਤੇ ਦਾ ਡੱਬਾ ਪ੍ਰਚਲਿਤ ਹੋ ਜਾਵੇ ਉਹਦੇ ਤੇ ਅਸੀਂ ਜਿਹੜਾ ਪੰਜਾਬ ਐਗਰੋ ਵਾਲੀ 25% ਸਬਸਿਡੀ ਟਰਾਂਸਪੋਰਟ ਤੇ 25% ਡੱਬਿਆਂ ਤੇ ਲੈ ਸਕਦੇ ਹਾਂ ਜੀ। ਵੈਸੇ ਕੌਮੀ ਬਾਗਬਾਨੀ ਮਿਸ਼ਨ ਦੇ ਵਿੱਚ ਸਬਸਿਡੀ ਦਿੱਤੀ ਨਹੀਂ ਗਈ ਜੀ। ਸਬਸਿਡੀ ਕੌਮੀ ਬਾਗਬਾਨੀ ਮਿਸ਼ਨ 'ਚ ਨਹੀਂ ਹੈ, ਲੇਕਿਨ ਜਦੋਂ ਸਬਸਿਡੀ ਭਾਵੇਂ ਨਹੀਂ ਹੈਗੀ, ਲੇਕਿਨ ਜਦੋਂ ਮੈਨੂੰ ਬੰਦੇ ਨੂੰ ਮੁਨਾਫਾ ਚੰਗਾ ਹੁੰਦਾ ਹੈ ਤੇ ਉਹ ਵੀ ਦੇਖੋ ਕੰਮ ਚੰਗਾ ਚੱਲ ਪਿਆ ਤਾਂ ਉਹ ਵੀ ਸਬਸਿਡੀ ਵਾਲੀ ਗੱਲ ਹੀ ਹੋ ਜਾਂਦੀ ਹੈ। ਨਾਲੇ ਤਕਨੀਕੀ ਗਿਆਨ ਵਾਸਤੇ ਦੇਖੋ ਬਾਗਬਾਨੀ ਮਾਹਿਰ ਤੁਹਾਡੇ ਕੋਲ ਮੌਜੂਦ ਨੇ। ਅੱਜ ਡਾਕਟਰ ਬਾਜ ਸਿੰਘ ਜੀ, ਦੇਖੋ ਇੰਨੀਆਂ ਸਬਸਿਡੀਆਂ, ਇੰਨੀਆਂ ਸਹੂਲਤਾਂ ਨੇ ਤੇ ਇਹਨਾਂ ਸਹੂਲਤਾਂ ਦੇ ਬਾਵਜੂਦ ਕਈ ਕਿਸਾਨ ਮਨ ਨਹੀਂ ਬਣਾਉਂਦੇ, ਬਾਗਬਾਨੀ ਵਾਲੇ ਪਾਸੇ ਨਹੀਂ ਤੁਰਦੇ, ਆਪਣੇ ਇਲਾਕਾ ਬਾਗਬਾਨੀ 'ਚ ਨਹੀਂ ਲਿਆਉਂਦੇ। ਥੋੜ੍ਹਾ ਬਹੁਤਾ ਰਕਬਾ ਆਪਾਂ ਲਿਆਉਣ ਵਾਸਤੇ ਸਭ ਨੂੰ ਕਹਿੰਦੇ ਰਹਿੰਦੇ ਆ ਵੀ ਚਾਹੇ ਆਪਣੇ ਦੇਖੋ ਖੂਹ 'ਤੇ ਹੀ ਲਾ ਲਓ 4-5 ਬੂਟੇ। ਸੋ ਤੁਹਾਡਾ ਵਿਭਾਗ ਕਿਸ ਢੰਗ ਨਾਲ ਕਿਸਾਨ ਵੀਰਾਂ ਨੂੰ ਜਾਣਕਾਰੀ ਦੇ ਰਿਹਾ, ਕਿਵੇਂ ਕਿਸਾਨਾਂ ਨੂੰ ਤੁਸੀਂ ਉਤਸ਼ਾਹਿਤ ਕਰੋਗੇ ਤਾਂ ਕਿ ਕਿਸਾਨ ਵੀਰ, ਕਿਸਾਨ ਭੈਣਾਂ ਅੱਗੇ ਵੱਧ ਕੇ ਤੇ ਬਾਗਬਾਨੀ ਵਾਲੇ ਪਾਸੇ ਨੂੰ ਆਪਣਾ ਰੁਝਾਨ ਬਣਾਉਣ? ਗਲੋਟੀ ਸਾਹਿਬ, ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਹੈਗੀ ਵੀ ਬਾਗ ਲਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਉਹਦੇ ਕਾਰਨ ਤਕਨੀਕੀ ਵੀ ਆ ਤੇ ਜ਼ਮੀਨ ਹੋਲਡਿੰਗ ਆ। ਜਿਹੜੀ ਜ਼ਮੀਨ ਜਿਹਦੇ ਕੋਲ ਥੋੜ੍ਹੀ ਜਿਹੀ ਵੱਧ ਜ਼ਮੀਨ ਆ, ਅਸੀਂ ਕਹਿੰਦੇ ਵੀ 5 ਕਿੱਲੇ ਤੋਂ ਘੱਟ ਜਿਹੜਾ ਜ਼ਮੀਨ, ਕੁਛ ਫਾਰਮ ਹੁੰਦੇ ਜਿਹਨੂੰ ਅਸੀਂ ਬਾਗ ਲਵਾ ਸਕਦੇ ਹਾਂ, ਕੁਛ ਇਹ ਤੋਂ ਉੱਪਰ ਜ਼ਮੀਨਾਂ ਵਾਲੀ ਜਿਹਦੇ ਕੋਲ ਜ਼ਮੀਨ ਥੋੜ੍ਹੀ ਜਿਹੀ ਵਾਧੂ ਹੋਵੇ ਵੀ ਬਾਕੀ ਫਸਲ ਨਾਲ ਬਾਗ ਥੱਲੇ ਲਾ ਲਵੇ। ਉਹਦੇ ਨਾਲ ਅਸੀਂ ਕਰਦੇ ਹਾਂ ਜੀ, ਅਸੀਂ ਇੱਕ ਤਾਂ ਜਿਹੜੇ ਚੰਗੇ ਬਾਗ ਨੇ ਕਿਸਾਨਾਂ ਨੂੰ ਉੱਥੇ ਉਹਨਾਂ ਬਾਗਾਂ ਵਿੱਚ ਫੀਲਡ ਡੇ ਬਣਾ ਕੇ ਜਾਂ ਕਿਸਾਨ ਕੈਂਪ ਲਾ ਕੇ ਦੂਜੇ ਕਿਸਾਨਾਂ ਨੂੰ ਉੱਥੇ ਲਾ ਕੇ ਵਿਖਾਉਂਦੇ ਵੀ ਜੇ ਤੁਸੀਂ ਆਪਣਾ ਕੁਛ ਏਰੀਆ ਜਿਹੜੀਆਂ ਪ੍ਰਚਲਿਤ ਫਸਲਾਂ ਨੇ, ਕਣਕ ਝੋਨਾ, ਕਿਉਂਕਿ ਕਣਕ ਝੋਨਾ ਤਾਂ ਆਪਣੀ ਮੁੱਖ ਫਸਲ ਹੈਗੀ ਆ, ਅਸੀਂ ਚਾਹੁੰਦੇ ਕਿ ਥੋੜ੍ਹਾ ਬਹੁਤਾ ਰਕਬਾ ਜਿਹੜਾ ਕਿਸਾਨ ਕੱਢ ਕੇ ਸਬਜ਼ੀਆਂ ਬਾਗਾਂ ਸਾਰੇ ਲਿਆਂਦਾ ਜਾਵੇ। ਇਸ ਕਰਕੇ ਅਸੀਂ ਉੱਥੇ ਕੈਂਪ ਲਾਉਣੇ ਆ, ਫੀਲਡ ਡੇ ਬਣਾਉਣੇ ਆ ਤਾਂ ਕਿ ਕਿਸਾਨ ਉੱਥੋਂ ਵੇਖ ਕੇ ਉਸ ਉਤਸ਼ਾਹਿਤ ਹੋਣ। ਫਿਰ ਅਸੀਂ ਕਰਦੇ ਹਾਂ ਵੀ ਉਹਨਾਂ ਨੂੰ ਜੇ ਕੋਈ ਇਹ ਕਿਸਾਨ ਚਾਹੁੰਦਾ ਬਾਗ ਲਗਾਉਣ, ਉਹਨੂੰ ਸਾਰੀ ਪਹਿਲਾਂ ਸਮਝਾਈਦਾ ਵੀ ਤੇਰੇ ਕੋਲ ਜ਼ਮੀਨ ਕਿੰਨੀ ਆ, ਤੇਰੀ ਜ਼ਮੀਨ ਕਿਸ ਤਰ੍ਹਾਂ ਦੀ ਆ। ਕਈ ਹੁੰਦੀਆਂ ਜ਼ਮੀਨ ਬਾਗ ਦੇ ਕਾਬਲ ਨਹੀਂ ਹੁੰਦੀਆਂ, ਉੱਥੇ ਲੋਹ ਲਾਈਆਂ ਹੁੰਦੀਆਂ, ਪਾਣੀ ਉੱਥੇ ਲਾਉਂਦੇ ਨੇ। ਭਾਵੇਂ ਤਕਨੀਕੀ ਗਿਆਨ ਜਿਹੜਾ ਇਹ ਬੇहद ਜ਼ਰੂਰੀ ਹੈ ਬਾਜ ਸਿੰਘ ਜੀ, ਕਿਉਂਕਿ ਤਕਨੀਕੀ ਗਿਆਨ ਤੇ ਵੈਸੇ ਚਾਹੇ ਆਪਾਂ ਕੋਈ ਫਸਲ ਲਾਉਂਦੇ ਹਾਂ ਉਹਦੇ ਵਾਸਤੇ ਜ਼ਰੂਰੀ ਹੈ, ਲੇਕਿਨ ਇਹ ਲੰਮੇ ਸਮੇਂ ਦੀ ਫਸਲ ਹੈ। ਡਾਕਟਰ ਲਛਮਣ ਸਿੰਘ ਜੀ, ਲੰਮੇ ਸਮੇਂ ਦੀ ਫਸਲ ਦਾ ਜ਼ਿਕਰ ਕੀਤਾ ਇਹਨਾਂ ਨੇ, ਤੁਸੀਂ ਵੀ ਬਾਗਬਾਨੀ ਨਾਲ ਜੁੜੇ ਹੋ। ਇੱਕ ਹੋਰ ਗੱਲ ਜਿਹੜੀ ਆਮ ਤੌਰ ਤੇ ਮਾਹਿਰ ਕਹਿੰਦੇ ਨੇ, ਯੂਨੀਵਰਸਿਟੀ ਵਾਲੇ ਕਹਿੰਦੇ ਨੇ, ਤੁਸੀਂ ਲਾਗੂ ਵੀ ਕਰਾਈ ਹੋਏਗੀ ਕਿ ਅੰਤਰ ਫਸਲਾਂ ਦੀ ਨਾਲ ਬਾਗਾਂ 'ਚ ਪਹਿਲੇ 4-5 ਸਾਲ ਬੰਦਾ ਲਾਵੇ ਤੇ ਉਹਦੇ ਨਾਲ ਮਾੜਾ ਮੋਟਾ ਜਿਹੜਾ ਪਰਿਵਾਰ ਦਾ ਕੰਮ ਕੁਮ ਤੁਰੀ ਜਾਂਦਾ ਤੇ ਬਾਕੀ ਹੈ 5-6 ਸਾਲ ਬਾਅਦ ਜਿਹੜਾ ਫਲ ਮਿਲਣਾ ਉਹ ਤਾਂ ਫਿਰ ਹੈ ਹੀ ਹੈ। ਇਹਦੇ ਬਾਰੇ ਕੀ ਸਿਫਾਰਿਸ਼ਾਂ ਹੈਗੀਆਂ? ਇਹਦੇ ਬਾਰੇ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਡਾਕਟਰ ਬਾਜ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਦੱਸ ਕੇ ਗਏ ਆ ਕਿ ਜਿਸ ਤਰ੍ਹਾਂ ਨਾਖ ਦੇ ਉਹਨਾਂ ਨੇ ਜ਼ਿਕਰ ਕੀਤਾ ਕਿ ਲੰਬੇ ਸਮੇਂ ਦਾ ਫਲ ਆ, ਫਲ ਕੁਝ ਸਾਲਾਂ ਬਾਅਦ ਆਉਂਦਾ ਤੇ ਵਿੱਚ ਤਾਂ ਕਿ ਕਿਸਾਨ ਨੂੰ ਆਮਦਨ ਆਉਂਦੀ ਰਹੇ। ਇਸ ਕਰਕੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਅਮਰੂਦ ਇਸ ਬਾਗ ਦੇ ਵਿੱਚ ਲਗਾਇਆ ਜਾਂ ਆੜੂ ਜਾਂ ਇਸੇ ਤਰ੍ਹਾਂ ਹੀ ਲੂਚਾ ਵਗੈਰਾ ਅਸੀਂ ਲਵਾ ਦਿੰਦੇ ਬਾਗਾਂ ਦੇ ਵਿੱਚ ਤਾਂ ਕਿ ਕਿਸਾਨ ਨੂੰ 2-3 ਸਾਲਾਂ ਬਾਅਦ ਆਮਦਨ ਆਉਣੀ ਸ਼ੁਰੂ ਹੋ ਜੇ। ਇਸ ਤੋਂ ਇਲਾਵਾ ਜੇ ਕੋਈ ਕਿਸਾਨ ਆਪਣੇ ਦੂਸਰੀ ਫਸਲਾਂ ਲੈਣੀਆਂ ਚਾਹੁੰਦਾ ਤੇ ਉਹਨੂੰ ਸੁਝਾਅ ਦਿੱਤਾ ਜਾਂਦਾ ਪਹਿਲੇ 3-4 ਸਾਲ ਕਿ ਜਿਸ ਤਰ੍ਹਾਂ ਘੱਟ ਵਧਣ ਵਾਲੀਆਂ ਜਾਂ ਆਪਣਾ ਫਲੀਦਾਰ ਫਸਲਾਂ ਲਗਾ ਕੇ ਤੇ ਉਹ ਆਪਣੀ ਉਹ ਜਿਹੜੇ ਪਹਿਲੇ 3-4 ਸਾਲ ਆ ਜਦੋਂ ਕਿ ਬਾਗ ਤੋਂ ਆਮਦਨ ਨਹੀਂ ਹੁੰਦੀ, ਇਹ ਫਸਲਾਂ ਉਗਾ ਕੇ ਇਸੇ ਤਰ੍ਹਾਂ ਸਬਜ਼ੀਆਂ ਉਗਾ ਕੇ ਉਹ ਆਪਣੀ ਆਮਦਨ ਦਾ ਜ਼ਰੀਆ ਬਣਾ ਲੈਂਦਾ ਤਾਂ ਕਿ ਉਹਦੀ ਆਮਦਨ ਜਿਹੜੀ ਉਹਨੂੰ ਆਉਂਦੀ ਰਹੇ ਤੇ ਤਾਂ ਕਿ ਜਦੋਂ ਤੱਕ ਬਾਗ ਉਹਦਾ ਫਲ ਤੇ ਆਉਣਾ, ਜਦੋਂ ਉਹਨੂੰ ਬਾਗ ਤੋਂ ਆਮਦਨ ਆਉਣੀ ਸ਼ੁਰੂ ਹੋਣੀ ਆ, ਉਦੋਂ ਤੱਕ ਇਹਨਾਂ ਫਲਾਂ ਸਬਜ਼ੀਆਂ ਤੋਂ ਆਪਣਾ ਜਿਹੜਾ ਉਹ ਆਪਣਾ ਮੁਨਾਫਾ ਲੈ ਸਕੇ। ਬਿਲਕੁਲ ਜੀ, ਨਾਲ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ। ਹੋਰ ਅਜਿਹੀਆਂ ਫਸਲਾਂ ਜਿਹੜਾ ਘੱਟ ਸਮਾਂ ਲੈਂਦੀਆਂ ਤੇ ਉਹਨਾਂ ਨੂੰ ਆਪਾਂ ਅੰਤਰ ਫਸਲਾਂ ਦੇ ਤੌਰ 'ਤੇ ਜੇ ਬੀਜੀਏ ਤੇ ਪਹਿਲੇ 2-3 ਸਾਲ ਆਪਾਂ ਮੁਨਾਫਾ ਜਿਹੜਾ ਉਹ ਲੈਸ ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਕਰ ਸਕਦੇ ਹਾਂ। ਡਾਕਟਰ ਦਲਬੀਰ ਸਿੰਘ ਸ਼ੀਨਾ ਜੀ, ਦੇਖੋ ਬਾਗਬਾਨੀ ਦੀ ਗੱਲ ਹੋ ਗਈ ਔਰ ਦੇਖੋ ਬਾਗਬਾਨੀ ਤੇ ਖੇਤੀ ਹਰ ਕਿਸਾਨ ਦੇਖੋ ਜੁੜਨਾ ਚਾਹੁੰਦਾ, ਬਾਗਬਾਨੀ ਨਾਲ ਜੁੜਨਾ ਚਾਹੁੰਦਾ, ਖੇਤੀ ਨਾਲ ਤੇ ਜੁੜਿਆ ਹੀ ਹੋਇਆ। ਸੋ ਜੇ ਆਪਾਂ ਅੱਜ ਕੱਲ੍ਹ ਦੀ ਫਸਲਾਂ ਦੀ ਗੱਲ ਕਰੀਏ, ਚਾਹੇ ਉਹ ਆਪਾਂ ਬਾਸਮਤੀ ਦੀ ਹੈ ਜਾਂ ਝੋਨੇ ਦੀ ਗੱਲ ਹੈ, ਇਹ ਤੁਸੀਂ ਪਲਾਂਟ ਪ੍ਰੋਡਕਸ਼ਨ ਦੇ ਮਾਹਿਰ ਹੋ, ਕਿਹੜੇ ਤਕਨੀਕੀ ਨੁਕਤੇ ਨੇ, ਕਿਹੜੇ ਤਕਨੀਕੀ ਲੋੜਾਂ ਨੇ ਜਿਨ੍ਹਾਂ ਦੀ ਜ਼ਰੂਰਤ ਹੈਗੀ ਸਾਡੇ ਕਿਸਾਨ ਵੀਰਾਂ ਨੂੰ ਅੱਜ ਕੱਲ੍ਹ ਤਾਂ ਕਿ ਆਪਾਂ ਚੰਗਾ ਮੁਨਾਫਾ ਲੈ ਸਕੀਏ? ਸੋ ਗੁਲਾਟੀ ਸਾਹਿਬ, ਮੈਂ ਜ਼ਿਮੀਂਦਾਰ ਭਰਾ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦਾ ਇਸ ਸਮੇਂ 'ਤੇ ਕਿ ਝੋਨੇ ਦੀ ਜਿਹੜੀ ਆ ਫਸਲ ਆਪਣੀ ਸਾਰੀ ਜਿਹੜੀ ਆ ਉਹ ਟਰਾਂਸਪਲਾਂਟ ਹੋ ਚੁੱਕੀ ਆ। ਸੋ ਸਭ ਤੋਂ ਜ਼ਰੂਰੀ ਗੱਲ ਆ ਕਿ ਝੋਨੇ ਦੇ ਵਿੱਚ ਜਿਹੜੀ ਸਾਡੀ ਮਕਦਾਰ ਆ ਖਾਦ ਦੀ 110 ਕਿਲੋ ਤੋਂ ਵੱਧ ਖਾਦ ਜਿਹੜੀ ਉਹ ਨਾ ਪਾਈ ਜਾਵੇ। ਔਰ ਜਿਹੜੀ ਇਹ ਖਾਦ ਪਾਉਣ ਦਾ ਤਰੀਕਾ ਵੀ ਆ, 3 ਵਾਰਾਂ ਖਾਦ ਆਪਾਂ ਪਾਉਣੀ ਆ 3 ਕਿਸ਼ਤਾਂ ਦੇ ਵਿੱਚ। ਪਹਿਲੀ ਜਿਹੜੀ ਕੱਦੂ ਦੇ ਟਾਈਮ 'ਤੇ ਅਸੀਂ 40 ਕਿਲੋ ਦੀ ਸਿਫਾਰਿਸ਼ ਕਰਦੇ ਹਾਂ, ਉਹਦੇ ਤੋਂ ਬਾਅਦ 2 ਹਫ਼ਤਿਆਂ ਬਾਅਦ ਅਸੀਂ 35 ਕਿਲੋ ਦੀ ਸਿਫਾਰਿਸ਼ ਕਰਦੇ ਹਾਂ ਔਰ ਉਹਦੇ ਤੋਂ ਬਾਅਦ ਜਿਹੜੀ ਖਾਦ ਆ
ਉਹ 35 ਕਿਲੋ ਫਿਰ ਪਾਉਣੀ ਆ। ਪਰ ਉੱਥੇ ਇਹ ਆਪਾਂ ਵੇਖਣਾ 43 ਦਿਨ ਤੋਂ ਪਹਿਲੋਂ ਜਿਹੜੀ ਆਪਾਂ ਝੋਨੇ ਨੂੰ ਜਿਹੜੀ ਆ ਉਹ ਖਾਦ ਪਾਉਣੀ ਆ, ਤੇ ਫਿਰ ਜਿਹੜੀ ਆਪਣੀ ਫਸਲ ਦੇ ਉੱਤੇ ਕੋਈ ਵੀ ਜਿਹੜਾ ਕੀੜਾ ਮਕੌੜਾ ਬਿਮਾਰੀਆਂ ਜਿਹੜੀਆਂ ਘੱਟ ਆਉਣਗੀਆਂ। ਸੋ ਜ਼ਿਮੀਂਦਾਰ ਭਰਾਵਾਂ ਨੂੰ ਮੇਰਾ ਸੰਦੇਸ਼ ਇਹੀ ਆ ਕਿ 110 ਕਿਲੋ ਯੂਰੀਆ ਤੋਂ ਵੱਧ ਖਾਦ ਜਿਹੜੀ ਆ ਝੋਨੇ ਨੂੰ ਨਾ ਪਾਈ ਜਾਵੇ। ਜੇ ਆਪਾਂ ਝੋਨੇ ਨੂੰ ਖਾਦ ਵੱਧ ਪਾਉਂਦੇ ਆ ਤੇ ਉੱਥੇ ਕੀੜੇ ਮਕੌੜੇ ਤੇ ਬਿਮਾਰੀਆਂ ਵੀ ਆਉਂਦੀਆਂ ਨੇ, ਤੇ ਝੋਨੇ ਦਾ ਝਾੜ ਵੱਧਦਾ ਨਹੀਂ ਆ, ਝੋਨੇ ਦਾ ਝਾੜ ਘਟ ਜਾਂਦਾ। ਸੋ ਇਹ ਗੱਲ ਸੀਗੀ ਝੋਨੇ ਦੀ ਖਾਦ ਦੀ। ਸੋ ਇਸ ਟਾਈਮ ਤੇ ਉਹਦੇ ਤੋਂ ਬਾਅਦ ਜਿਹੜੀ ਖਾਸ ਜਿਹੜੀ ਜ਼ਰੂਰਤ ਆਪਾਂ ਨੂੰ ਵੇਖਣ ਵਾਲੀ ਆ ਝੋਨੇ ਦੇ ਵਿੱਚ, ਜ਼ਿੰਕ ਦੀ ਘਾਟ ਆਉਂਦੀ ਆ। ਜਿਨ੍ਹਾਂ ਪੈਲੀਆਂ ਕਮਜ਼ੋਰ ਨੇ ਜਾਂ ਮਾੜੀਆਂ ਜ਼ਮੀਨਾਂ ਨੇ, ਉਹਨਾਂ 'ਚ ਅਸੀਂ ਪਹਿਲਾਂ ਹੀ ਸਿਫਾਰਿਸ਼ ਕਰਦੇ ਹਾਂ ਕਿ ਕੱਦੂ ਦੇ ਟਾਈਮ ਤੇ ਜਦੋਂ ਆਪਾਂ ਕੱਦੂ ਕਰਦੇ ਹਾਂ ਉਦੋਂ 25 ਕਿਲੋ ਜਿਹੜੀ ਆ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਉਹ ਪਾਉਣੀ ਚਾਹੀਦੀ ਆ। ਜੇ ਕਿਸੇ ਜ਼ਿਮੀਂਦਾਰ ਭਰਾਵਾਂ ਨੇ ਨਹੀਂ ਪਾਈ ਤੇ ਉੱਥੇ ਹੁਣ ਆਪਾਂ ਵੇਖ ਸਕਦੇ ਹਾਂ ਕਿ ਬੂਟੇ ਦੀ ਜਿਹੜੀ ਗਰੋਥ ਆ ਉਹ ਰੁਕ ਜਾਂਦੀ ਆ। ਬੂਟਾ ਬਹੁਤਾ ਝਾੜ ਨਹੀਂ ਮਾਰਦਾ, ਬਹੁਤੀਆਂ ਉਹਦੀਆਂ ਸ਼ਾਖਾਂ ਨਹੀਂ ਪੁੱਟਦੀਆਂ, ਤੇ ਉਹਦੇ ਜਿਹੜੇ ਪੱਤੇ ਆ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ, ਤੇ ਹੌਲੇ ਜੇ ਦੂਰੋਂ ਵੇਖੀਏ ਤੇ ਪੀਲੀ ਜੀ ਭਾਅ ਮਾਰਦੇ ਨੇ। ਸੋ ਉਹਦੇ ਵਾਸਤੇ ਕੀ ਸਿਫਾਰਿਸ਼ ਕਰਦੇ ਆ ਕਿ ਉੱਥੇ ਖੇਤਾਂ ਦੇ ਵਿੱਚ ਜਿਹੜੀ 25 ਕਿਲੋ ਜ਼ਿੰਕ ਸਲਫੇਟ ਜਿਹੜੀ ਆ ਉਹ ਆਪਾਂ ਛੱਟੇ ਦੇ ਨਾਲ ਆਪਾਂ ਪਾਉਣੀ ਆ, ਵਧੀਆ ਤਰੀਕੇ ਨਾਲ ਛੱਟਾ ਦੇਣਾ, ਤੇ ਉਸ ਤੋਂ ਬਾਅਦ ਆਪਾਂ ਉਹਨੂੰ ਪਾਣੀ ਲਾਉਣਾ। ਸੋ ਇਸ ਤਰ੍ਹਾਂ ਨਾਲ ਜ਼ਿੰਕ ਦੀ ਜਿਹੜੀ ਆ ਉਹ ਘਾਟ ਜਿਹੜੀ ਆ ਪੂਰੀ ਹੋ ਜਾਂਦੀ ਆ। ਪਰ ਫਿਰ ਵੀ ਕਈਆਂ ਜ਼ਿਮੀਂਦਾਰ ਭਰਾਵਾਂ ਨੇ ਜਿਨ੍ਹਾਂ ਜ਼ਮੀਨਾਂ ਪਟਾਈਆਂ ਨੇ ਜਾਂ ਜਿਹੜੀਆਂ ਮਾੜੀਆਂ ਜ਼ਮੀਨਾਂ ਨੇ, ਜੇ ਫਿਰ ਵੀ ਕਿਤੇ ਧੋੜੀਆਂ ਦੇ ਵਿੱਚ ਘਾਟ ਆ ਜਾਂਦੀ ਆ ਤੇ 25 ਕਿਲੋ ਤੋਂ ਬਾਅਦ ਮੁੜ ਕੇ 10 ਦਿਨ ਬਾਅਦ ਜਾਂ 15 ਦਿਨਾਂ ਬਾਅਦ ਆਪਾਂ 10 ਕਿਲੋ ਜ਼ਿੰਕ ਸਲਫੇਟ ਜਿਹੜੀ ਆ ਉਹ 10 ਕਿਲੋ ਮਿੱਟੀ ਦੇ ਵਿੱਚ ਰਲਾ ਕੇ ਉਹਨਾਂ ਧੋੜੀਆਂ ਦੇ ਵਿੱਚ ਫਿਰ ਆਪਾਂ ਛੱਟਾ ਦੇਣਾ। ਫਿਰ ਆਪਣੀ ਜ਼ਿੰਕ ਦੀ ਜਿਹੜੀ ਆ ਉਹ ਘਾਟ ਜਿਹੜੀ ਆ ਪੂਰੀ ਹੋ ਜਾਂਦੀ ਆ। ਬਿਲਕੁਲ ਡਾਕਟਰ ਸ਼ੀਨਾ ਸਾਹਿਬ, ਦੇਖੋ ਇਹ ਜਿਹੜਾ ਦੇਖੋ ਸਾਡੀ ਸੋਚ ਇਹ ਹੁੰਦੀ ਏ ਕਿ ਤੁਹਾਨੂੰ ਨਾਲ ਦੇ ਨਾਲ ਅਸੀਂ ਜਾਗਰੂਕ ਜ਼ਰੂਰ ਕਰਦੇ ਰਹੀਏ। ਤਕਨੀਕੀ ਗਿਆਨ ਚਾਹੇ ਉਹ ਬਾਗਬਾਨੀ ਦਾ ਚਾਹੇ ਖੇਤੀਬਾੜੀ ਦਾ, ਔਰ ਇਕੱਠੇ ਆਪਾਂ ਤੁਹਾਨੂੰ ਜਾਣਕਾਰੀ ਦੇਣ ਦਾ ਸਾਡਾ ਮਕਸਦ ਇਹੋ ਹੀ ਸੀਗਾ ਕਿ ਆਪਾਂ ਨਾਲ ਦੇ ਨਾਲ ਸੋਚ ਆਪਣੀ ਬਣਾਈਏ ਕਿ ਆਪਾਂ ਜੇ ਝੋਨਾ ਕਣਕ ਲਾਇਆ, ਝੋਨਾ ਲਾਇਆ ਜਾਂ ਬਾਸਮਤੀ ਲਾਈਏ, ਉਹਦੇ ਵੱਲ ਵੀ ਆਪਾਂ ਪੂਰਾ ਧਿਆਨ ਦਈਏ। ਡਾਕਟਰ ਬਾਜ ਸਿੰਘ ਜੀ, ਦੇਖੋ ਹੁਣ ਇੱਕ ਹੋਰ ਮਨ 'ਚ ਗੱਲ ਇਹ ਹੁੰਦੀ ਹੈ ਕਿ ਜਦੋਂ ਕਿਸਾਨ ਵੀ ਝੋਨਾ ਲਾਉਂਦਾ ਹੈ, ਬਾਸਮਤੀ ਲਾਉਂਦਾ, ਮੱਕੀ ਲਾਉਂਦਾ, ਤੇ ਖੂਹ ਦੇ ਉੱਤੇ ਵੀ ਜਗ੍ਹਾ ਬਥੇਰੀ ਹੁੰਦੀ ਜਿੱਥੇ ਆਪਾਂ ਆਪਣੇ ਖਾਣ ਵਾਸਤੇ ਦੇਖੋ ਫਲ ਫੁੱਲ ਲਾ ਸਕਨੇ ਆ। ਸੋ ਜਿਸ ਤਰ੍ਹਾਂ ਸ਼ੀਨਾ ਸਾਹਿਬ ਨੇ ਕਿਹਾ ਕਿ ਜ਼ਿੰਕ ਦੀ ਕਮੀ ਪੂਰੀ ਕਰੋ, ਇਹ ਕਰੋ, ਤੇ ਇਹਦੇ ਨਾਲ ਦੇਖੋ ਆਦਮੀ ਦੇ ਸਰੀਰ ਵਾਸਤੇ ਵੀ ਦੇਖੋ ਸਾਰੇ ਤੱਤਾਂ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ, ਉਹ ਫਲਾਂ ਤੋਂ ਹੋ ਸਕਦੀ ਹੈ। ਕੀ ਸਾਨੂੰ ਫਲਦਾਰ ਪੌਦੇ ਲਾਣੇ ਚਾਹੀਦੇ ਨੇ ਕੀ ਤੁਸੀਂ ਕਿਵੇਂ ਫਲਦਾਰ ਪੌਦੇ ਸਾਡੇ ਕਿਸਾਨ ਵੀਰਾਂ ਨੂੰ ਦਿੰਦੇ ਹੋ ਤਾਂ ਕਿ ਖੂਹਾਂ ਦੇ ਆਪਾਂ ਵੱਖ-ਵੱਖ ਫਲਦਾਰ ਰੁੱਖ ਲਾ ਕੇ ਤੇ ਫਾਇਦਾ ਚੱਕੀਏ? ਬਿਲਕੁਲ ਗੁਲਾਟੀ ਸਾਹਿਬ, ਇਹ ਜੀ ਆਪਾਂ ਤੋਂ ਪੁਰਾਣੀਆਂ ਝੰਗੀਆਂ ਜਿਹੜੀਆਂ ਹੁੰਦੀਆਂ ਖੂਹਾਂ ਦੇ ਭੁੱਲ ਹੀ ਗਏ ਆ। ਝੰਗੀਆਂ ਖਤਮ ਹੋ ਗਈਆਂ, ਜ਼ਮੀਨਾਂ ਲੋਕਾਂ ਨੇ ਕਾਸ਼ਤ ਥੱਲੇ ਲਿਆ ਕੇ ਤੇ ਉਹ ਝੰਗੀਆਂ ਪੁੱਟ ਦਿੱਤੀਆਂ। ਕੋਈ ਵੀ ਜ਼ਿਮੀਂਦਾਰ ਅਸੀਂ ਚਾਹੁੰਦੇ ਵੀ ਹਰ ਇੱਕ ਜ਼ਿਮੀਂਦਾਰ ਨੂੰ ਹਰ ਟਿਊਬਵੈੱਲ 'ਤੇ ਅਮਰੂਦ, ਕਿੰਨੋ, ਨਿੰਬੂ ਇਹ ਸਾਰੇ ਬੂਟੇ ਲਾਉਣੇ ਚਾਹੀਦੇ ਆ। ਉਹ ਅਸੀਂ ਇਹ ਕਰ ਰਹੇ ਹਾਂ ਜੀ। ਅੱਗੇ ਪਿੰਡਾਂ 'ਚੋਂ ਕੈਂਪ ਲਾਉਣੇ ਆ। ਸਾਡੇ ਇੱਕ 3000 ਦਾ ਕੈਂਪ ਹੁੰਦਾ, ਉਹਦੇ ਵਿੱਚ 2000 ਦੇ ਸਿਰਫ ਬੂਟੇ ਹੀ ਦਿੰਦੇ ਆ ਵੀ ਉਸ ਪਿੰਡ ਦੇ ਵਿੱਚ ਇੱਕ ਘਰ 2-2 4-4 5 ਜਿੰਨੇ ਬੂਟੇ ਲੱਗ ਜਾਣ। ਮੇਰੀ ਤੇ ਹਰ ਇੱਕ ਨੂੰ ਸਲਾਹ ਇਹ ਹੁੰਦੀ ਆ ਵੀ ਆਪਾਂ ਹੁਣ ਜੇ ਕੋਈ ਜ਼ਿਮੀਂਦਾਰ ਸ਼ਹਿਰੋਂ ਲਿਫਾਫਾ ਪਿੰਡ ਨੂੰ ਫੜ ਕੇ ਤੁਰਿਆ ਆਉਂਦਾ ਤਾਂ ਬੜੀ ਮਾੜੀ ਗੱਲ ਲੱਗਦੀ ਆ। ਉਹ ਸਬਜ਼ੀ ਫੜ ਕੇ ਤੁਰਿਆ ਆਉਂਦਾ ਤਾਂ ਫਲ ਹੀ ਬਣ ਕੇ ਕਿਉਂ ਨਹੀਂ ਪਰ ਅਮਰੂਦ ਦੇ ਉੱਥੇ ਬੂਟੇ ਲਾਉਂਦਾ, ਉੱਥੇ ਅਮਰੂਦ ਲਾਵੇ, ਬੇਰੀ ਲਾਵੇ, ਪਪੀਤਾ ਲਾਵੇ, ਫਾਲਸਾ ਲਾ ਸਕਦਾ। ਇਹ ਸਾਰੀਆਂ ਗੱਲਾਂ ਕਹੀ ਤੇ ਇੱਕ ਮੈਂ ਤੇ ਕਹਿੰਦਾ ਵੀ ਆਪਣਾ ਫਿਰ ਕਈ ਸਾਰੇ ਕਿਸਾਨਾਂ ਨੂੰ, ਸਾਰੇ ਜੋ ਪਿੰਡਾਂ 'ਚ ਰਹਿੰਦੇ ਨੇ ਸ਼ਹਿਰਾਂ ਦੇ ਸਾਰਿਆਂ ਨੂੰ ਇੱਕ ਸਲਾਹ ਆ, ਕਿਸਾਨ ਤੇ 5-5 7-7 ਬੂਟੇ ਜਿਹੜੇ ਬਾਗ ਲਾ ਸਕਦੇ ਉਹ ਟਿਊਬਾਂ 'ਤੇ ਲਾਉਣ। ਇੱਕ ਮੈਂ ਨਾ ਵੀ ਜਿੰਨਾ ਕੋਈ ਸ਼ਹਿਰਾਂ 'ਚ ਰਹਿਸ਼ਾਂ ਨੇ ਜਿਨ੍ਹਾਂ ਦੀਆਂ, ਉਹਨਾਂ ਵਿੱਚ ਜ਼ਮੀਨ ਜੇ ਬਾਹਰੀ ਨਹੀਂ ਗਈ ਉੱਥੇ ਵੀ ਆਪਣਾ ਬੂਟਾ ਲਾ ਸਕਦੇ ਆ। ਵੇਖੋ ਇੱਕ ਛੋਟਾ ਜਿਹਾ ਘਰ ਹੋਵੇ, ਉਹਦੇ ਲਾਗੇ ਜੇ 2 ਫੁੱਟ ਜਗ੍ਹਾ 'ਤੇ ਖਾਲੀ ਪਈ ਜਾਂ ਕੋਈ ਫਾਲਸੇ ਦਾ ਬੂਟਾ ਲਾ ਦਿਓ। ਫਾਲਸੇ ਬੂਟਾ ਤੁਸੀਂ ਹਰ ਸਾਲ ਨੂੰ ਕੱਟ ਦੇਣਾ, ਕੋਈ ਥਾਂ ਨਹੀਂ ਲੈਂਦਾ, ਸਾਰਾ ਸਾਲ ਬੱਚੇ ਖਾਂਦੇ ਰਹਿੰਦੇ ਆ। ਫਾਲਸਾ ਫੂਲ ਆਪਾਂ ਵੇਖਦੇ 200 ਰੁਪਏ ਕਿਲੋ ਵਿਕਣ ਡਿਆ ਸੀ। ਇੱਕ ਨਾਲ ਦੇ ਨਾਲ ਇਹ ਵੀ ਪੋਲਿਊਸ਼ਨ ਕੰਟਰੋਲ ਵਾਸਤੇ ਵੀ ਜਿਹੜੇ ਬਾਗ ਆ ਨਾ ਇਹ ਲਗਾਤਾਰ ਲੱਗਣੇ ਚਾਹੀਦੇ ਆ, ਤਾਂ ਕਿ ਬਾਕੀ ਬੂਟੇ ਦੇ ਸਰਵਾਈਵ ਨਹੀਂ ਕਰਦੇ। ਇਹ ਇੱਕ ਬਾਗ ਹੀ ਆ ਜਿਹੜਾ 100% ਬੂਟੇ ਸਰਵਾਈਵ ਕਰਕੇ ਤੇ ਪੋਲਿਊਸ਼ਨ ਵੀ ਘਟਾਉਂਦੇ ਆ ਜੀ। ਤੇ ਤੁਹਾਡੇ ਨਰਸਰੀਆਂ 'ਚੋਂ ਬੂਟੇ ਵੀ ਮਿਲਦੇ ਹੋਣਗੇ? ਬਿਲਕੁਲ ਜੀ, ਸਾਡੀਆਂ ਇੱਕ ਤਾਂ ਡਿਪਾਰਟਮੈਂਟ ਦੀਆਂ ਨਰਸਰੀਆਂ ਨੇ, ਸਾਡੀਆਂ 27 ਨਰਸਰੀਆਂ ਪੰਜਾਬ ਦੇ ਵਿੱਚ ਨੇ। ਨਾਲ ਦੀ ਨਾਲ ਜਿਹੜੀਆਂ ਵਿਭਾਗ ਨੇ ਕੋਈ ਰਜਿਸਟਰਡ ਨਰਸਰੀਆਂ ਨੇ ਪ੍ਰਾਈਵੇਟ, ਉਹਨਾਂ ਦੇ ਬੂਟੇ ਮਿਲਦੇ ਆ। ਬਾਕੀ ਯੂਨੀਵਰਸਿਟੀ ਨਰਸਰੀਆਂ ਜੀ ਸਾਰੇ ਬੂਟੇ ਮਿਲਦੇ ਆ ਜੀ। ਅਸੀਂ ਬੂਟੇ ਜਿਹੜੇ ਆ ਉਹ ਵਧੀਆ ਤਕਨੀਕ ਭਲਾਈ ਬਣਾਉਣੇ ਜੀ। ਬਿਲਕੁਲ ਜੀ, ਵਧੀਆ ਤਕਨੀਕ। ਔਰ ਜਦੋਂ ਅਸੀਂ ਬੂਟੇ ਚੰਗੇ ਲਵਾਂਗੇ ਉਹ ਬੂਟੇ ਨੇ ਲੰਮੇ ਸਮੇਂ ਬਾਅਦ ਫਲ ਦੇਣਾ ਹੈ। ਚੰਗਾ ਬੂਟਾ ਭਰੋਸੇਯੋਗ ਥਾਂ ਤੋਂ ਲਵਾਂਗੇ ਤਾਂ ਉਹਦਾ ਫਾਇਦਾ ਸਾਨੂੰ ਹੋ ਸਕਦਾ ਹੈ। ਸ਼ੀਨਾ ਸਾਹਿਬ ਕੁਝ ਬਾਸਮਤੀ ਬਾਰੇ ਦੱਸਣਾ ਚਾਹੁੰਦੇ ਨੇ ਹੋਰ ਕੁਝ? ਹਾਂਜੀ ਸ਼ੀਨਾ ਸਾਹਿਬ। ਗੁਲਾਟੀ ਸਾਹਿਬ, ਅੰਮ੍ਰਿਤਸਰ ਦੇ ਵਿੱਚ ਖੇਤੀਬਾੜੀ ਮਹਿਕਮੇ ਨੇ ਬਾਸਮਤੀ ਨੂੰ ਬਹੁਤ ਉਤਸ਼ਾਹ ਕੀਤਾ, ਔਰ ਬਾਸਮਤੀ ਆਪਣੇ ਗੁਣਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤਸਰ ਦੀ ਬਾਸਮਤੀ ਜਿਹੜੀ ਆ ਬਹੁਤ ਮਸ਼ਹੂਰ ਆ। ਸੋ ਮੈਂ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਸਿਰਫ ਸਾਡੇ ਮਹਿਕਮੇ ਵੱਲੋਂ ਦੱਸੀਆਂ ਗਈਆਂ ਦਵਾਈਆਂ, ਸਿਫਾਰਿਸ਼ ਕੀਤੀਆਂ ਗਈਆਂ ਖਾਦਾਂ ਜਿਹੜੀਆਂ ਉਹੀ ਪਾਓ, ਜਿਹੜੇ ਵੱਧ ਆਪਾਂ ਯਾਰ ਬਿਲਕੁਲ ਨਹੀਂ ਪਾਉਣੇ,
ਕਿਉਂਕਿ ਜੇ ਆਪਾਂ ਵੱਧ ਜ਼ਹਿਰ ਪਾਉਂਦੇ ਆ ਤੇ ਉਹ ਮੁੜ ਕੇ ਦਾਣਿਆਂ ਦੇ ਵਿੱਚ ਚੌਲਾਂ ਦੇ ਵਿੱਚ ਜਾਂਦੇ ਨੇ ਤੇ ਉਹਦੇ ਨਾਲ ਆਪਣੀ ਹਿਊਮਨ ਬਾਡੀ ਦਾ ਸਾਰਿਆਂ ਦਾ ਹੀ ਨੁਕਸਾਨ ਹੁੰਦਾ। ਬਿਲਕੁਲ ਜੀ ਬਿਲਕੁਲ। ਔਰ ਦੇਖੋ ਸ਼ੀਨਾ ਸਾਹਿਬ, ਚਾਹੇ ਉਹ ਜ਼ਹਿਰਾਂ ਦੀ ਗੱਲ ਹੈ, ਚਾਹੇ ਖੇਤੀ ਤੇ ਹੈ, ਚਾਹੇ ਬਾਗਬਾਨੀ ਤੇ ਹੈ, ਚਾਹੇ ਸਬਜ਼ੀਆਂ ਤੇ ਹੈ, ਸਾਰਾ ਕੰਮ ਜਿਹੜਾ ਹੈ ਤਕਨੀਕ ਮੰਗਦਾ ਹੈ। ਔਰ ਅਸੀਂ ਇਹ ਸਾਰੀ ਤਕਨੀਕ ਤੁਹਾਨੂੰ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ, ਬਾਗਬਾਨੀ, ਖੇਤੀਬਾੜੀ ਤੇ ਬਾਗਬਾਨੀ। ਗੱਲ ਇਹ ਹੈ ਕਿ ਦੋਨੋਂ ਇਕੱਠੇ ਲੈ ਕੇ ਤੁਰਨ ਦੀ ਜ਼ਰੂਰਤ ਹੈ। ਜੇ ਆਪਾਂ ਗੱਲ ਇਸ ਨਾਲ ਬਾਦਸ਼ਾਹ ਨੇ ਕੀਤੀ ਹੈ ਕਿ ਆਪਣੇ ਟਿਊਬਵੈੱਲਾਂ ਦੇ ਉੱਤੇ ਆਪਾਂ ਖੇਤੀ ਤੇ ਕਰਦੇ ਪਏ ਹਾਂ, ਬਾਗ ਜ਼ਰੂਰ ਨਾਲ ਲਾ ਲਈਏ, 2-4 ਬੂਟੇ ਲਾ ਲਈਏ ਤਾਂ ਕਿ ਘਰ ਦੀ ਲੋੜਾਂ ਸਾਡੀਆਂ ਪੂਰੀਆਂ ਹੋਣ। ਸੋ ਜ਼ਰੂਰਤ ਹੈ ਬਾਗਬਾਨੀ ਵਾਲੇ ਪਾਸੇ ਤੁਰੀਏ ਤੇ ਖੇਤੀ ਨੂੰ ਤਕਨੀਕੀ ਰੰਗਤ ਦਈਏ। ਸੋ ਡਾਕਟਰ ਬਾਜ ਸਿੰਘ ਜੀ, ਡਾਕਟਰ ਦਲਬੀਰ ਸਿੰਘ ਸ਼ੀਨਾ ਜੀ ਤੇ ਡਾਕਟਰ ਲਛਮਣ ਸਿੰਘ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ।